मेरे सफ़र की शुरुआत भाग मिल्खा भाग तो ही हुई सी। मतलब जिवें एक होर पंजाबी फिल्म की मिट्टी ना फरोल जो गया, फिर उस तो बाद एक शॉर्ट फिल्म की गुआची पग जो कि कांस फिल्म फैसटिवल विच भी स्क्रीनिंग हुई सी। ते हुण इस साल मैं एक फिल्म कर रहा करतार सिंह सराभा जी ते, जो कि मतलब इंडिया के वन ऑफ द यंगेस्ट फ्रीडम फाइटर सीगे। उस तो बाद जो हम फिल्मां देखते हैं तो हम दूसरे तरीके नाल देखते क्योंकि असीं भी उन्होंने पार्ट हाँ। तो ऐसा कोई ऐसा नहीं सीगा कि अगे जाके आही काम करना है या एक्टिंग ही करनी है, वो तो जस्ट बाई चांस हो गया। ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪੰਜਾਬੀ ਸਿਨੇਮਾ ਨਾਲ ਜੁੜੀਆਂ ਪ੍ਰਸਿੱਧ ਹਸਤੀਆਂ ਨਾਲ ਰੂਬਰੂ ਕਰਵਾਉਣ ਦੀ ਸਾਡੀ ਕੋਸ਼ਿਸ਼ ਤਹਿਤ ਅੱਜ ਅਸੀਂ ਤੁਹਾਨੂੰ ਮਿਲਵਾਉਣ ਜਾ ਰਹੇ ਹਾਂ ਛੋਟੀ ਉਮਰਾਂ ਵੱਡੇ ਮੁਕਾਮ ਹਾਸਲ ਕਰਨ ਵਾਲੇ ਨੌਜਵਾਨ ਜਗਤੇਜ ਸਿੰਘ ਜੀ ਨਾਲ, ਜਿਸ ਨੇ ਭਾਗ ਮਿਲਖਾ ਸਿੰਘ ਭਾਗ ਵਰਗੀ ਵੱਡੀ ਬਾਲੀਵੁੱਡ ਮੂਵੀ ਤੋਂ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ ਅਤੇ ਅੱਜ ਪੰਜਾਬੀ ਸਿਨੇਮਾ ਵਿੱਚ ਵੱਡੇ ਨਾਂ ਵਜੋਂ ਉੱਭਰ ਰਹੇ ਹਨ। ਜਗਤੇਜ ਸਿੰਘ ਜੀ, ਅਸੀਂ ਤੁਹਾਡਾ ਸਵਾਗਤ ਕਰਦੇ ਹਾਂ। व्यूअर्स ਨੂੰ ਮੇਰੀ ਸਤਿ ਸ੍ਰੀ ਅਕਾਲ। ਸੋ ਜਗਤੇਜ ਸਿੰਘ ਜੀ, ਤੁਸੀਂ ਆਪਣੇ ਕੈਰੀਅਰ ਦੀ ਸ਼ੁਰੂਆਤ ਕਿਸ ਤਰ੍ਹਾਂ ਕੀਤੀ? जी मेरे सफ़र की शुरुआत भाग मिल्खा भाग तो ही हुई सी। उस मूवी मैं जिवें ऑडिशनस के थ्रू सिलेक्ट होया सी ते बस ऑडिशनस तो बाद जिवें वो मूवी की उन्होंने जिवें क्रिटिकली काफ़ी वधिया ते मतलब ऑडियंस ने भी काफ़ी लाइक किया, तो उस करके अगे जान पछाण वध गई, वो करके अगे भी काम मिलना शुरू होया। तो उस तो बाद मतलब जिवें एक होर पंजाबी फिल्म की मिट्टी ना फरोल जो गया, फिर उस तो बाद एक शॉर्ट फिल्म की गुआची पग जो कि कांस फिल्म फैसटिवल विच भी स्क्रीनिंग हुई सी। तो हुण इस साल मैं एक फिल्म कर रहा करतार सिंह सराभा जी ते, जो कि मतलब इंडिया के वन ऑफ द यंगेस्ट फ्रीडम फाइटर सीगे। तो उन्होंने उत्ते फिल्म बन रही है तो मैनू मौका मिल रहा है करतार सिंह सराभा जी का किरदार निभाने दा। ਤੁਸੀਂ ਐਕਟਿੰਗ ਲਾਈਨ ਵਿੱਚ ਜਾਣ ਦਾ ਕਿਵੇਂ ਸੋਚਿਆ? ਤੁਹਾਡੇ ਵੀ ਤੁਹਾਨੂੰ ਕਿੱਧਰੋਂ ਫੀਲ ਹੋਇਆ ਕਿ ਜਾਂ ਫਿਰ ਲਾਈਕ ਜਿਵੇਂ ਬਚਪਨ ਤੋਂ ਹੀ ਹੁੰਦਾ ਹੈਗਾ ਜਾਂ ਫਿਰ ਬਾਅਦ ਵਿੱਚ ਆ ਕੇ ਤੁਹਾਨੂੰ ਲੱਗਿਆ ਜਾਂ ਕਿਸੇ ਤੋਂ ਮੋਟੀਵੇਸ਼ਨ ਮਿਲੀ ਹੋਵੇ? ਜਿਵੇਂ ਐਕਟਿੰਗ ਲਾਈਨ 'ਚ ਤਾਂ ਜਿਵੇਂ ਛੋਟੇ ਹੁੰਦੇ ਤੋਂ ਤਾਂ ਇੱਦਾਂ ਦਾ ਮਤਲਬ ਜਿਵੇਂ ਕਹਿ ਲਓ ਕੋਈ ਉਹ ਨਹੀਂ ਸੀਗਾ ਕਿ ਹਾਂਜੀ ਐਕਟਿੰਗ ਹੀ ਕਰਨੀ ਹੈ ਜਾਂ ਇਸੀ ਲਾਈਨ ਦੇ ਵਿੱਚ ਜਾਣਾ ਉੱਦਾਂ। ਬਟ ਜਿਵੇਂ ਬਾਈ ਚਾਂਸ ਸਕੂਲ ਦੇ ਵਿੱਚ ਜਿਵੇਂ ਇੱਕ ਅੱਧੀ ਵਾਰੀ ਥੀਏਟਰ ਕੀਤਾ ਸੀ, ਸਕੂਲ ਪਲੇਸ ਹੁੰਦੇ ਇੱਕ ਵਾਰੀ ਪਾਰਟ ਲਿਆ ਸੀ। ਬਾਕੀ ਜਿਵੇਂ ਬਾਈ ਚਾਂਸ ਆਡੀਸ਼ਨ ਦਿੱਤਾ ਅਤੇ ਸਿਲੈਕਟ ਹੋ ਗਿਆ, ਅਤੇ ਉਸ ਤੋਂ ਬਾਅਦ ਜਦੋਂ ਮੂਵੀ ਬਣ ਗਈ ਅਤੇ ਫਿਰ ਜੋ ਵਿਊਜ਼ ਮਿਲੇ ਆ ਉਸ ਤੋਂ ਬਾਅਦ ਫਿਰ ਇੰਟਰਸਟ ਪਿਆ ਇਸ ਫੀਲਡ ਦੇ ਵਿੱਚ। ਫਿਰ ਉਸ ਤੋਂ ਬਾਅਦ ਇਸ ਫੀਲਡ ਬਾਰੇ ਕਾਫੀ ਕੁਝ ਪਤਾ ਲੱਗਿਆ, ਫਿਰ ਥੋੜ੍ਹਾ ਹੋਰ ਕੰਮ ਕੀਤਾ ਅਤੇ ਹੋਰ ਇੰਟਰਸਟ ਵਧੀ ਗਿਆ। ਉਸ ਤੋਂ ਬਾਅਦ ਜਦੋਂ ਹੁਣ ਫਿਲਮਾਂ ਦੇਖਦੇ ਹਾਂ ਅਤੇ ਹੁਣ ਦੂਸਰੇ ਤਰੀਕੇ ਨਾਲ ਦੇਖਦੇ ਕਿਉਂਕਿ ਅਸੀਂ ਵੀ ਉਹਨਾਂ ਦੇ ਪਾਰਟ ਹਾਂ, ਤਾਂ ਹੁਣ ਬਸ ਇੱਦਾਂ ਹੀ ਹੁਣ ਨਵੀਂ ਫਿਲਮਾਂ ਦੇਖ ਕੇ ਹੁਣ ਹੋਰ ਲੱਗਦਾ ਕਿ ਹੋਰ ਕੰਮ ਕਰਨਾ ਚਾਹੀਦਾ, ਹੋਰ ਅੱਗੇ ਮੂਵੀਜ਼ ਕਰਨੀਆਂ ਚਾਹੀਦੀਆਂ ਜੀ। ਤਾਂ ਮਤਲਬ ਕਿ ਤੁਹਾਨੂੰ ਸਕੂਲ ਲਾਈਫ ਤੋਂ ਹੀ ਤੁਹਾਨੂੰ ਹੋਇਆ ਕਿ ਮਤਲਬ ਐਕਟਿੰਗ ਵੱਲ ਤੁਹਾਡਾ ਇੰਟਰਸਟ ਹੈਗਾ? ਜਿਵੇਂ ਇੰਟਰਸਟ ਹੈ ਜੇ ਕਹਿ ਸਕਦੇ ਕਿ ਜਿਵੇਂ ਸਕੂਲ ਦੇ ਵਿੱਚ ਪਲੇ ਹੁੰਦਾ ਸਾਡੇ ਸਕੂਲ ਦੇ ਵਿੱਚ ਜਿਹੜੀ 5th ਕਲਾਸ ਜਦੋਂ ਤੁਸੀਂ ਹੁੰਦੇ ਹੋ ਉਦੋਂ ਇੱਕ ਤੁਹਾਨੂੰ ਸਾਰੀ 5th ਕਲਾਸ ਨੂੰ ਪਲੇ ਕਰਨਾ ਪੈਂਦਾ, ਸਭ ਨੂੰ ਪਾਰਟ ਹੋਣਾ ਪੈਂਦਾ, ਅਤੇ ਅਸੀਂ ਉਹ ਮੈਂ ਮਤਲਬ ਉਦੋਂ ਪਾਰਟ ਲਿਆ ਸੀਗਾ। ਅਤੇ ਐਸੇ 'ਚ ਕੋਈ ਇੱਦਾਂ ਨਹੀਂ ਸੀਗਾ ਕਿ ਅੱਗੇ ਜਾ ਕੇ ਆਹੀ ਕੰਮ ਕਰਨਾ ਹੈ ਜਾਂ ਐਕਟਿੰਗ ਹੀ ਕਰਨੀ ਹੈ, ਉਹ ਤਾਂ ਜਸਟ ਬਾਈ ਚਾਂਸ ਹੋ ਗਿਆ। ਤਾਂ ਤੁਸੀਂ ਕੀ ਮਤਲਬ ਰੋਲ ਪਲੇ ਕਰ ਚੁੱਕੇ ਹੋ ਹੁਣ ਤੱਕ, ਐਂਡ ਤੁਸੀਂ ਅੱਗੇ ਵੀ ਕੀ ਜਿਵੇਂ ਹੁਣ ਤੁਹਾਡੀ ਅਪਕਮਿੰਗ ਮੂਵੀ ਹੈਗੀ ਹੈ ਸਰਾਭਾ, ਜਿਵੇਂ ਦੱਸਿਆ ਹੈਗਾ ਯੰਗੈਸਟ ਫਰੀਡਮ ਫਾਈਟਰ ਹੈਗੇ ਨੇ, ਤਾਂ ਇੱਕ ਤਾਂ ਮਤਲਬ ਖੁਦ ਨੂੰ ਇੱਕ ਪੈਟਰੀਓਟਿਜ਼ਮ ਦੀ ਫੀਲਿੰਗ ਵੀ ਆਉਂਦੀ ਹੋਏਗੀ ਹੈ ਨਾ, ਉਹ ਅੰਦਰੋਂ ਹੀ ਹੁੰਦਾ ਹੈਗਾ ਵੀ ਖੁਦ ਨੂੰ ਜੇ ਅਸੀਂ ਉਹ ਰੋਲ ਪਲੇ ਕਰ ਰਹੇ ਹੈਗੇ ਹਾਂ। ਇਸ ਟਾਈਮ ਤਾਂ ਮੈਂ ਸਿਰਫ ਜਿਵੇਂ ਇੱਕ ਹੀ ਪ੍ਰੋਜੈਕਟ ਕਰ ਰਿਹਾ ਕਰਤਾਰ ਸਿੰਘ ਸਰਾਭਾ ਜੀ ਦੇ ਉੱਤੇ, ਜਿਵੇਂ ਤੁਸੀਂ ਕਿਹਾ ਉਹ ਪੈਟਰੀਓਟਿਕ ਫੀਲ, ਉਹ ਮਤਲਬ ਐਸਾ ਪੈਟਰੀਓਟਿਕ ਫੀਲ ਤਾਂ ਨਹੀਂ, ਬਟ ਜਦੋਂ ਸ਼ੂਟ ਕਰਦੇ ਸੀ ਅਤੇ ਕਰਤਾਰ ਸਿੰਘ ਸਰਾਭਾ ਜੀ ਬਾਰੇ ਸੁਣਦੇ ਸੀਗੇ ਸ਼ੂਟਿੰਗ ਤੋਂ ਪਹਿਲਾਂ, ਉਹਨਾਂ ਬਾਰੇ ਜੋ ਕੁਛ ਪੜ੍ਹਿਆ, ਅਤੇ ਉਹ ਫਿਰ ਆਪਣੇ ਆਪ 'ਚ ਮਤਲਬ ਬੜਾ ਵਧੀਆ ਲੱਗਦਾ ਸੀਗਾ। ਅਤੇ ਹੈਰਾਨੀ ਹੁੰਦੀ ਸੀ ਕਿ 19 ਸਾਲ ਦਾ ਇੱਕ ਨੌਜਵਾਨ ਜਾਂ ਇੱਕ ਮਤਲਬ ਟੀਨੇਜਰ ਹੀ 19 ਸਾਲ ਟੀਨੇਜਰ ਹੁੰਦਾ, ਅਤੇ ਉਦੋਂ ਉਹ ਮਤਲਬ ਇੱਕ ਗਦਰ ਮੂਵਮੈਂਟ ਨੂੰ ਲੀਡ ਕਰ ਰਹੇ ਸੀਗੇ।
ਇੰਡੀਆ ਦੇ ਵਿੱਚ ਉਹਨਾਂ ਦੀ ਰਿਸਪੌਂਸਿਬਿਲਟੀ ਸੀਗੀ ਕਰਨ ਦੀ। ਉਹਨਾਂ ਨੇ ਹਾਂਜੀ। ਪਲੇਨ ਉਡਾਉਣਾ ਵੀ ਸਿੱਖਿਆ ਸੀ, ਇਹ ਨਹੀਂ ਪਤਾ ਜ਼ਿਆਦਾ ਲੋਕਾਂ ਨੂੰ। ਹਾਂਜੀ ਅਤੇ ਮਤਲਬ ਇੱਕ ਬੜੀ ਹੈਰਾਨੀ ਹੁੰਦੀ ਸੀ ਬੇਸਿਕਲੀ ਤਾਂ ਕਿ ਮਤਲਬ ਇੰਨੀ ਛੋਟੀ ਉਮਰ 'ਚ ਇਹ ਸਭ ਕੁਛ ਕਰਦੇ। ਅਤੇ ਉਹੀ ਹੁਣ ਮੈਨੂੰ ਤਾਂ ਬੜਾ ਵਧੀਆ ਬਲੈਸਡ ਫੀਲ ਹੁੰਦਾ ਕਿ ਮੈਨੂੰ ਪਿੱਛੇ ਵੀ ਜਿਹੜੇ ਰੋਲ ਕਰਨ ਨੂੰ ਮਿਲੇ ਨੇ ਇੰਨੇ ਵਧੀਆ, ਜਿਵੇਂ ਮਿਲਖਾ ਸਿੰਘ ਜੀ ਦੇ ਬਚਪਨ ਦਾ ਰੋਲ ਕਰਨ ਨੂੰ ਮਿਲਿਆ, ਅਤੇ ਹੁਣ ਮੈਨੂੰ ਕਰਤਾਰ ਸਿੰਘ ਸਰਾਭਾ ਜੀ ਦਾ ਰੋਲ ਕਰਨ ਨੂੰ ਮਿਲ ਰਿਹਾ, ਅਤੇ ਮੈਂ ਬੜਾ ਲੱਕੀ ਸਮਝਦਾ ਕਿ ਮੈਨੂੰ ਇਹ ਰੋਲ ਕਰਨ ਨੂੰ ਮਿਲ ਰਿਹਾ। ਅਤੇ ਅੱਗੇ ਹੁਣ ਦੇਖੋ ਜੇ ਜਿੱਦਾਂ ਦੇ ਰੋਲਸ ਆਫਰ ਹੋਣਗੇ ਅਤੇ ਮਤਲਬ ਉੱਦਾਂ ਦੇ ਕਰਨਾ ਪਸੰਦ ਕਰੂੰਗੇ। ਐਸਾ ਕੋਈ ਦਿਮਾਗ 'ਚ ਨਹੀਂ ਹੈ ਹਾਲੇ ਕਿ ਹਾਂ ਵੀ ਇੱਦਾਂ ਦਾ ਕੁਛ ਕਰਨਾ, ਬਟ ਓਬਵੀਅਸਲੀ ਹਰ ਇੱਕ ਚੀਜ਼ ਟਰਾਈ ਕਰਨੀ ਮਤਲਬ ਵਧੀਆ ਪਸੰਦ ਕਰੂੰਗਾ। ਐਕਚੁਅਲ ਵਿੱਚ ਜੇ ਦੇਖਿਆ ਜਾਏ ਤਾਂ ਕਰਤਾਰ ਸਿੰਘ ਸਰਾਭਾ ਤੁਹਾਡੀ ਮਤਲਬ ਇੱਕ ਮੋਟੀਵੇਸ਼ਨ ਵੀ ਮਿਲਦੀ ਹੈ ਉਹਨਾਂ 'ਚੋਂ। ਬਿਲਕੁਲ, ਜਦੋਂ ਹੁਣ ਮੈਂ ਉਹਨਾਂ ਬਾਰੇ ਜਿੰਨਾ ਜ਼ਿਆਦਾ ਕਿਉਂਕਿ ਪਹਿਲਾਂ ਮੈਂ ਸਿਰਫ ਇੰਨਾ ਪੜ੍ਹਿਆ ਸੀਗਾ ਕਿ ਮਤਲਬ ਮੈਨੂੰ ਪਤਾ ਸੀ ਜਿਵੇਂ ਆਪਣੇ ਇੰਡੀਆ ਦੇ ਫਰੀਡਮ ਫਾਈਟਰ ਹੈ, ਯੰਗੈਸਟ ਫਰੀਡਮ ਫਾਈਟਰ ਹੈ ਭਗਤ ਸਿੰਘ ਜੀ ਨੇ, ਜੋ ਉਹਨਾਂ ਨੇ ਉਹ ਆਪਣੇ ਗੁਰੂ ਮੰਨਦੇ ਸੀ ਕਰਤਾਰ ਸਿੰਘ ਸਰਾਭਾ ਜੀ ਨੂੰ। ਬਟ ਉਹਨਾਂ ਦੀ ਲਾਈਫ 'ਚ ਜੋ ਇਵੈਂਟਸ ਹੋਏ ਜਾਂ ਫਿਰ ਜਿਸ ਤਰੀਕੇ ਨਾਲ ਉਹਨਾਂ ਨੇ ਗਦਰ ਮੂਵਮੈਂਟ ਦੇ ਵਿੱਚ ਪਾਰਟ ਬਣੇ, ਉਹ ਬਾਹਰ ਪੜ੍ਹਨ ਗਏ 16 ਸਾਲ ਦੀ ਉਮਰ ਦੇ ਵਿੱਚ, ਤਾਂ ਉਹ ਸਭ ਕੁਝ ਪੜ੍ਹ ਕੇ ਤਾਂ ਬਿਲਕੁਲ ਹੁੰਦਾ ਕਿ ਇੰਨੀ ਛੋਟੀ ਉਮਰ ਦੇ ਵਿੱਚ ਇੰਨੀ ਚੀਜ਼ਾਂ ਉਹਨਾਂ ਨੇ ਜਿਵੇਂ ਕਹਿ ਲਓ ਅਚੀਵ ਕਰ ਲਈਆਂ, ਜਾਂ ਮਤਲਬ ਇੰਨੀ ਰਿਸਪੌਂਸਿਬਿਲਿਟੀ, ਉਹ ਮਤਲਬ ਬੜੀ ਵਧੀਆ ਹੀ ਫੀਲ ਹੁੰਦਾ। ਅਤੇ ਉਹ ਇੱਕ ਜਿਵੇਂ ਕਹਿ ਲਓ ਇੰਸਪੀਰੇਸ਼ਨ ਹੀ ਹੁੰਦੀ ਹੈ ਕਿ ਹਾਂ ਵੀ ਕਿ ਮੈਂ ਵੀ ਹੁਣ ਜਿਵੇਂ 18 ਸਾਲ ਦਾ ਹੀ ਹਾਂ, ਅਤੇ ਮੈਨੂੰ ਵੀ ਹੁੰਦਾ ਕਿ ਚਲੋ ਕੁਛ ਤਾਂ ਵਧੀਆ ਕੰਮ ਕਰਨਾ ਚਾਹੀਦਾ ਅੱਗੇ ਜਾ ਕੇ, ਹੋਰ ਮਿਹਨਤ ਕਰੋ, ਚਾਹੇ ਇਸ ਫੀਲਡ 'ਚ ਹੀ ਕਰੋ, ਬਟ ਇੱਕ ਪਾਸੇ ਆਪਣੀ ਮਿਹਨਤ ਪੂਰੀ ਕਰੋ। ਅੱਛਾ, ਤੁਹਾਨੂੰ ਥੋੜ੍ਹਾ ਜਿਹਾ ਕੁਝ ਪਰਸਨਲ ਸਵਾਲ ਪੁੱਛਣਾ ਚਾਹਾਂਗੀ। ਹਾਂਜੀ। ਮਤਲਬ ਜਿਵੇਂ ਹੁਣ ਐਕਟਿੰਗ ਲਾਈਨ ਵਿੱਚ ਤੁਹਾਡਾ ਸਟਾਰਟਿੰਗ ਤੋਂ ਨਹੀਂ ਸੀਗਾ ਬਚਪਨ ਤੋਂ, ਉਹ ਤਾਂ ਤੁਹਾਡੀ ਸਕੂਲ ਲਾਈਫ ਤੋਂ 5th ਸਟੈਂਡਰਡ ਤੋਂ ਜਿਵੇਂ ਤੁਸੀਂ ਦੱਸਿਆ ਉਸ ਤੋਂ ਪਿਆ, ਤਾਂ ਤੁਹਾਡੀ ਕਿਤੇ ਨਾ ਕਿਤੇ ਸਟੱਡੀਜ਼ ਤੁਹਾਨੂੰ ਲੱਗਦਾ ਹੈ ਵੀ ਇਸ ਕਰਕੇ ਨਿਗਲੈਕਟ ਹੋ ਰਹੀਆਂ ਹੋਣ? ਨਿਗਲੈਕਟ ਮੈਂ ਜਿਵੇਂ ਦੱਸਦਾ, ਜਦੋਂ ਮੈਂ ਭਾਗ ਮਿਲਖਾ ਭਾਗ ਕੀਤੀ ਉਦੋਂ ਮੈਂ ਕਾਫੀ ਛੋਟਾ ਸੀ, ਉਦੋਂ ਮੈਂ 6th ਜਾਂ 7th ਕਲਾਸ 'ਚ ਸੀਗਾ ਉਦੋਂ ਮੈਂ। ਅਤੇ ਉਦੋਂ ਜਦੋਂ ਉਹ ਫਿਲਮ ਜਦੋਂ ਸ਼ੁਰੂ ਹੋਈ ਸ਼ੂਟਿੰਗ, ਅਤੇ ਜਿਹੜੇ ਉਹਦੇ ਡਾਇਰੈਕਟਰ ਸੀਗੇ ਰਾਕੇਸ਼ ਮਹਿਰਾ, ਉਹਨਾਂ ਨੂੰ ਪਤਾ ਸੀਗਾ ਕਿ ਕਾਫੀ ਛੋਟਾ ਥੱਲੇ ਪੜ੍ਹਾਈ ਸ਼ੁਰੂ ਹੋਈ, ਤਾਂ ਉਦੋਂ ਉਹਨਾਂ ਨੇ ਜਿਹੜੀ ਸ਼ੂਟਿੰਗ ਰੱਖੀ, ਉਹਨਾਂ ਨੇ ਮਤਲਬ ਇਹ ਮੇਕ ਸ਼ੋਰ ਕੀਤਾ ਕਿ ਮੇਰੀ ਛੁੱਟੀਆਂ ਦੇਖ ਕੇ ਹੀ ਰੱਖੀ ਜਾਵੇ। ਤਾਂ ਉਹਨਾਂ ਨੇ ਸਕੂਲ ਨੂੰ ਇੱਕ ਵਾਰੀ ਪੁੱਛ ਕੇ ਉਹਨਾਂ ਨੇ ਪਤਾ ਕਰ ਲਿਆ ਕਿ ਜਿਵੇਂ ਹੌਲੀਡੇਜ਼ ਕੀ ਕਦੋਂ ਹੁੰਦੀਆਂ। ਉਦੋਂ ਤਾਂ ਇੰਨਾ ਮਤਲਬ ਨਹੀਂ ਪਿਆ। ਫਿਰ ਉਸ ਤੋਂ ਬਾਅਦ ਇੱਕ ਫਿਲਮ ਹੋਰ ਕੀਤੀ, ਫਿਰ ਉਸ ਤੋਂ ਬਾਅਦ ਮੇਰੀ 10th ਕਲਾਸ ਆ ਗਈ, ਬੋਰਡ ਕਲਾਸ ਆ ਗਈ, ਫਿਰ ਉਸ ਟਾਈਮ ਮੈਂ ਕੋਈ ਫਿਲਮ ਨਹੀਂ ਕੀਤੀ ਬੋਰਡ ਕਲਾਸ। ਫਿਰ 11th ਦੇ ਵਿੱਚ ਇੱਕ ਸ਼ਾਰਟ ਫਿਲਮ ਕੀਤੀ, ਉਹ ਵੀ ਮਤਲਬ ਥੋੜ੍ਹੇ ਦਿਨਾਂ ਦਾ ਹੀ ਸ਼ੈਡਿਊਲ ਸੀਗਾ, 10-15 ਦਿਨਾਂ ਦਾ। ਫਿਰ ਉਸ ਤੋਂ ਬਾਅਦ ਮੇਰੀ 12th ਆ ਗਈ, ਫਿਰ ਮੈਂ ਉਦੋਂ ਵੀ ਕੋਈ ਫਿਲਮ ਨਹੀਂ ਕੀਤੀ ਕਿ ਇੱਕ ਵਾਰੀ 12th ਕਲਾਸ ਕੰਪਲੀਟ ਹੋ ਜਾਏ। ਅਤੇ ਹੁਣ ਜਿਵੇਂ 12th ਕੰਪਲੀਟ ਹੋਈ ਹੈ, ਬੋਰਡਸ ਦੇ ਦਿੱਤੇ ਹੈ, ਅਤੇ ਹੁਣ ਕਾਲਜ ਲਾਈਫ ਜਦ ਸ਼ੁਰੂ ਹੋਈ ਹੈ, ਅਤੇ ਹੁਣ ਮੈਂ ਕਰਤਾਰ ਸਿੰਘ ਸਰਾਭਾ ਜਿਵੇਂ ਕਹਿ ਲਓ ਕਿ ਹੁਣ ਲੱਕੀ ਸੀ ਅੱਜ 'ਚ ਵੀ ਕਿ ਹੁਣ ਮਿਲੀ ਹੈ ਮੇਰੀ ਸਕੂਲ ਲਾਈਫ ਵੀ, ਜਾਂ ਹਾਲੇ ਤੱਕ ਤਾਂ ਇੱਦਾਂ ਕੁਛ ਨਹੀਂ ਹੋਇਆ ਕਿ ਮੇਰੀ ਬਿਲਕੁਲ ਵੀ ਪੜ੍ਹਾਈ ਮਿਸ ਹੋਵੇ। ਹੁਣ ਵੀ ਮੈਂ ਸ਼ੂਟਿੰਗ ਖਤਮ ਕਰਕੇ ਆਇਆ ਕਰਤਾਰ ਸਿੰਘ ਸਰਾਭਾ ਦੀ, ਅਤੇ ਉਹ ਵੀ ਮਤਲਬ ਜਿਵੇਂ ਹੁਣ ਮੈਂ 4-5 ਦਿਨ ਪਹਿਲਾਂ ਆਇਆ, ਅਤੇ ਮੇਰੇ ਐਗਜ਼ਾਮਸ ਹੁਣ 4-5 ਦਿਨ ਬਾਅਦ ਹੀ ਸ਼ੁਰੂ ਹੈ, ਤਾਂ ਮੇਰੀ ਐਸਾ ਕੋਈ ਪੜ੍ਹਾਈ ਮਿਸ ਨਹੀਂ ਹੋ ਰਹੀ। ਬਾਕੀ ਇਹ ਵਧੀਆ ਗੱਲ ਹੀ ਹੈ ਕਿ ਕੋਈ ਐਸਾ ਮਿਸਿੰਗ ਨਹੀਂ ਹੋ ਰਹੀ ਜੀ। ਤਾਂ ਬਹੁਤ ਵਧੀਆ ਗੱਲ ਹੈ ਕਿ ਮਤਲਬ ਤੁਸੀਂ ਆਪਣੇ ਕਰੀਅਰ ਵੀ ਨਾਲ ਦੇਖ ਰਹੇ ਹੋ, ਸੈੱਟ ਕਰ ਰਹੇ ਹੋ, ਐਂਡ ਪੜ੍ਹਾਈ ਵੀ ਤੁਹਾਡੀ ਨਾਲ ਚੱਲ ਰਹੀ ਹੈ। ਜਿਵੇਂ ਫਰਹਾਨ ਅਖਤਰ ਜੀ ਹੈਗੇ ਹੈ, ਬਾਲੀਵੁੱਡ ਦੇ ਬਹੁਤ ਹੀ ਵੱਡੇ ਡਾਇਰੈਕਟਰ ਨੇ, ਐਂਡ ਉਹਨਾਂ ਨਾਲ ਕੰਮ ਕਰਨ ਦਾ ਹਰੇਕ ਕਿਸੇ ਨੂੰ ਮੌਕਾ ਵੀ ਨਹੀਂ ਮਿਲਦਾ ਕੋਈ ਜਲਦੀ, ਤੇ ਤੁਹਾਨੂੰ ਇਹ ਮੌਕਾ ਮਿਲਿਆ, ਤੁਸੀਂ ਕਿੱਦਾਂ ਦਾ ਫੀਲ ਕਰਦੇ ਹੋ, ਐਂਡ ਤੁਹਾਨੂੰ ਇਹ ਮੌਕਾ ਮਿਲਿਆ ਕਿਵੇਂ? ਸਾਡੇ ਦਰਸ਼ਕਾਂ ਨੂੰ ਜ਼ਰੂਰ। ਹਾਂਜੀ, ਫਰਹਾਨ ਅਖਤਰ ਜੀ ਨਾਲ ਕੰਮ ਕਰਨ ਦਾ ਮੌਕਾ, ਜਿਵੇਂ ਉਸ ਫਿਲਮ ਦੇ ਡਾਇਰੈਕਟਰ ਸੀਗੇ ਰਾਕੇਸ਼ ਓਮ ਪ੍ਰਕਾਸ਼ ਮਹਿਰਾ ਜੀ, ਜਿਨ੍ਹਾਂ ਨੇ ਦਿੱਲੀ 6, ਰੰਗ ਦੇ ਬਸੰਤੀ, ਮਤਲਬ ਇੱਦਾਂ ਦੀਆਂ ਫਿਲਮਾਂ ਬਣਾਈਆਂ। ਤਾਂ ਉਹਨਾਂ ਨਾਲ ਕੰਮ ਕਰਨ ਦਾ ਮੌਕਾ, ਜਿਵੇਂ ਉਹੀ ਆਡੀਸ਼ਨਸ ਦੇ ਥਰੂ ਬਾਈ ਨਾਲ ਸਿਲੈਕਟ ਹੋ ਗਿਆ, ਅਤੇ ਕੰਮ ਕਰਨ ਦਾ ਐਕਸਪੀਰੀਅੰਸ ਉਹਨਾਂ ਨਾਲ ਬਹੁਤ ਵਧੀਆ ਰਿਹਾ। ਜਿਵੇਂ ਉਸ ਟਾਈਮ ਤਾਂ ਬਿਲਕੁਲ ਹੀ ਨਵਾਂ ਸੀਗਾ, ਮਤਲਬ ਕੁਛ ਵੀ ਮੈਨੂੰ ਇਸ ਫੀਲਡ ਬਾਰੇ ਬਿਲਕੁਲ ਵੀ ਨੌਲੇਜ ਨਹੀਂ ਸੀ, ਉਹ ਮੇਰੀ ਫਸਟ ਫਿਲਮ ਸੀਗੀ, ਅਤੇ ਉਦੋਂ ਮਤਲਬ ਉਹ ਬਿਲਕੁਲ ਹੀ ਵਧੀਆ ਫੀਲ ਕਰਾਉਂਦੇ ਸੀ, ਜਿਵੇਂ ਨਾਲ ਗੱਲਾਂ ਬਾਤਾਂ ਕਰਦੇ ਰਹਿੰਦੇ, ਸਕੂਲ ਦੀਆਂ ਗੱਲਾਂ ਕਰ ਲਈਆਂ, ਕਦੀ ਕੁਛ ਪੁੱਛ ਲਿਆ। ਫਰਹਾਨ ਜੀ ਨਾਲ ਜਿਵੇਂ ਫਿਲਮ ਦੇ ਵਿੱਚ ਉਹਨਾਂ ਨਾਲ ਜਿਵੇਂ ਸੀਨ ਤਾਂ ਮੇਰਾ ਇੱਕ ਹੀ ਸੀਗਾ ਫਿਲਮ ਦੇ ਵਿੱਚ, ਬਟ ਕਦੀ ਹੁੰਦਾ ਸੀ ਜਿਵੇਂ ਸੈੱਟ 'ਤੇ ਮਿਲ ਜਾਂਦੇ ਸੀ, ਹੋਟਲਸ ਵਗੈਰਾ ਵਿੱਚ ਮਿਲ ਜਾਂਦੇ ਸੀ, ਜਾਂ ਅੱਗੇ ਪਿੱਛੇ ਜਿਵੇਂ, ਤਾਂ ਉਹ ਮਤਲਬ ਉੱਦਾਂ ਨੋਰਮਲ ਗੱਲਾਂ ਮਾਰਦੇ ਸੀਗੇ ਕਿ ਹਾਂਜੀ ਸਕੂਲ 'ਚ ਕੀ ਕਰ ਰਹੇ ਹੋ, ਕਿਹੜੀ ਕਲਾਸ 'ਚ ਕੀ ਪੜ੍ਹ ਰਹੇ ਹੋ, ਮਤਲਬ ਪੜ੍ਹਾਈ ਦੀਆਂ ਗੱਲਾਂ ਕਰਦੇ ਸੀ। ਤਾਂ ਬਹੁਤ ਹੀ ਵਧੀਆ ਐਕਸਪੀਰੀਅੰਸ ਰਿਹਾ ਉਹਨਾਂ ਨਾਲ ਜਿੰਨਾ ਕੰਮ ਕਰਨ ਦਾ ਮੌਕਾ ਮਿਲਿਆ, ਅਤੇ ਬੜਾ ਵਧੀਆ ਐਕਸਪੀਰੀਅੰਸ ਸੀ। ਕਰਤਾਰ ਸਿੰਘ ਸਰਾਭਾ ਜੋ ਕਿ ਕਾਫੀ ਮਤਲਬ ਹੈਗੇ ਹੈ ਵੀ ਯੰਗੈਸਟ ਫਰੀडम फाइटर ਸੀ, ਐਂਡ ਉਹਨਾਂ ਦਾ ਰੋਲ ਨਿਭਾਉਣਾ ਕੋਈ ਏਡਾ ਹਰੇਕ ਕਿਸੇ ਦਾ ਵਾਸਤਾ ਵੀ ਹੈ ਨਹੀਂਗਾ, ਤੋ ਮਤਲਬ ਉਸ ਪੈਟਰੀਓਟਿਜ਼ਮ ਨਾਲ ਕਰਨਾ, ਤਾਂ ਤੁਸੀਂ ਇਸ ਮੂਵੀ ਵਿੱਚ ਦਿਖਾਇਆ ਜਾਏਗਾ ਕਿ ਤੁਸੀਂ ਕਿਸ ਤਰ੍ਹਾਂ ਵੀ ਬਾਖੂਬੀ ਉਸ ਰੋਲ ਨੂੰ ਨਿਭਾ ਰਹੇ ਹੋ। ਤੋ ਤੁਸੀਂ
ਕੀ ਮਤਲਬ ਕੁਝ ਖਾਸ ਐਫਰਟਸ ਕੀਤੇ ਵੀ ਉਸ ਰੋਲ ਨੂੰ ਸਟਿਕ ਕਰ ਜਾਓ ਤੁਸੀਂ? ਹਾਂਜੀ, ਜਿਵੇਂ ਇਸ ਫਿਲਮ ਬਾਰੇ ਮੈਨੂੰ ਜਦੋਂ ਪਤਾ ਲੱਗਿਆ, ਜਿਸ ਦਿਨ ਮੈਨੂੰ ਪਤਾ ਲੱਗਿਆ ਕਿ ਹਾਂ ਕਿ ਉਹ ਮੂਵੀ ਮੈਂ ਕਰ ਰਿਹਾ ਜੋ ਕਿ ਕਰਤਾਰ ਸਿੰਘ ਸਰਾਭਾ ਦੇ ਉੱਤੇ ਬਣ ਰਹੀ ਹੈ, ਤਾਂ ਉਹੀ ਸਭ ਤੋਂ ਪਹਿਲਾਂ ਮੈਂ ਗੂਗਲ 'ਤੇ ਸਰਚ ਕੀਤਾ ਅਤੇ ਜਿੰਨਾ ਪਤਾ ਸੀ ਉਸ ਤੋਂ ਹੋਰ ਉਸ ਬਾਰੇ ਮਤਲਬ ਪੜ੍ਹਿਆ ਮੈਂ, ਅਤੇ ਬੜਾ ਹੀ ਮਤਲਬ ਵਧੀਆ ਲੱਗਿਆ ਕਿ ਅੱਛਾ ਕਿ ਇਹ ਰੋਲ ਮੈਨੂੰ ਕਰਨ ਦਾ ਮੌਕਾ ਮਿਲ ਰਿਹਾ। ਉਸ ਤੋਂ ਬਾਅਦ ਇਹ ਮੂਵੀ ਕਵੀਰਾਜ ਜੀ ਡਾਇਰੈਕਟ ਕਰ ਰਹੇ ਨੇ, ਜਿਨ੍ਹਾਂ ਨੇ ਬਲੈਕ ਪ੍ਰਿੰਸ ਬਣਾਈ ਸੀ ਅਤੇ ਹਾਲੀਵੁੱਡ ਦੀਆਂ ਹਾਈਵੇ 10 ਕਾਫੀ ਹੋਰ ਫਿਲਮਾਂ ਉਹ ਜਿਨ੍ਹਾਂ ਨੇ ਬਣਾਈਆਂ। ਅਤੇ ਫਿਰ ਜਦੋਂ ਉਹਨਾਂ ਨੂੰ ਮਿਲਿਆ ਅਤੇ ਉਹਨਾਂ ਦੀ ਪਰਸੈਪਸ਼ਨ ਸੁਣੀ ਕਰਤਾਰ ਸਿੰਘ ਸਰਾਭਾ, ਕਿਉਂਕਿ ਉਹਨਾਂ ਦੀ ਸਟੋਰੀ ਹੈ ਅਤੇ ਉਹਨਾਂ ਦੇ ਫੈਕਟ ਸੁਣੇ, ਉਹਨਾਂ ਦੀ ਪਰਸੈਪਸ਼ਨ ਸੁਣੀ, ਤਾਂ ਹੋਰ ਜ਼ਿਆਦਾ ਮਤਲਬ ਜਿਹਨੂੰ ਕਹਿ ਲਓ ਕਿ ਇੰਟਰਸਟ ਵੱਧ ਗਿਆ ਕਿ ਅੱਛਾ ਮਤਲਬ ਇੱਦਾਂ ਸੀ ਇੱਦਾਂ ਸੀ। ਫਿਰ ਸ਼ੂਟਿੰਗ ਤੋਂ ਪਹਿਲਾਂ ਮੈਂ 3-4 ਬੁੱਕਸ ਪੜ੍ਹੀਆਂ ਉਹਨਾਂ ਬਾਰੇ, ਮੈਂ ਕਾਫੀ ਗੂਗਲ ਦੇ ਉੱਤੇ ਪੜ੍ਹਿਆ ਕਾਫੀ ਕੁਛ ਉਹਨਾਂ ਬਾਰੇ ਕਿ ਕਿਵੇਂ ਸੀਗਾ, ਜਿੰਨਾ ਵੀ ਮਤਲਬ ਵੇਲੇ ਬਾਕੀ ਤੁਸੀਂ ਘਰ ਦੇਖੋਗੇ ਕਰਤਾਰ ਸਿੰਘ ਸਰਾਭਾ ਜੀ ਬਾਰੇ ਮਤਲਬ ਬਹੁਤ ਜ਼ਿਆਦਾ ਕੰਟੈਂਟ ਅਵੇਲੇਬਲ ਵੀ ਹੈ ਨਹੀਂ ਨਾ, ਤੁਸੀਂ ਗੂਗਲ 'ਤੇ ਜਾਂ ਬੁੱਕਸ ਵੀ ਮਤਲਬ 2-3-4 ਆਥਰਸ ਹੀ ਨੇ ਜਿਨ੍ਹਾਂ ਨੇ ਉਹਨਾਂ ਬਾਰੇ ਬੁੱਕ ਲਿਖੀ ਹੈ, ਤੁਸੀਂ ਯੂਟਿਊਬ 'ਤੇ ਵੀ ਦੇਖੋਗੇ ਨਾ ਹੈ ਨਹੀਂ। ਤਾਂ ਜਿੰਨਾ ਪੜ੍ਹਿਆ ਉਸ ਤੋਂ ਬਾਅਦ ਜਦੋਂ ਸ਼ੂਟ ਸ਼ੁਰੂ ਹੋਇਆ ਉਦੋਂ ਫਿਰ ਉੱਥੇ ਜਿਹੜੇ ਲੋਕ ਮੌਜੂਦ ਹੁੰਦੇ ਸੀਗੇ ਸੈੱਟ 'ਤੇ, ਉਹ ਆਪਣੇ ਜਿਹੜੀ ਗੱਲਾਂ ਜਿਹਨੂੰ ਜੋ ਵੀ ਪਤਾ ਸੀ ਕਰਤਾਰ ਸਿੰਘ ਸਰਾਭਾ ਬਾਰੇ, ਤਾਂ ਉਹ ਦੱਸਦੇ ਸੀਗੇ ਕਿ ਉਹ ਇੱਦਾਂ ਸੀਗੇ, ਉਹ ਇੱਦਾਂ ਸੀ, ਉਹ ਇਹ ਕਰਦੇ ਸੀ। ਅਤੇ ਬੜਾ ਹੀ ਵਧੀਆ ਐਕਸਪੀਰੀਅੰਸ ਰਿਹਾ ਜੋ ਉਹਨਾਂ ਬਾਰੇ ਪੜ੍ਹ ਕੇ, ਅਤੇ ਫਿਰ ਉਹਨੂੰ ਉਸ ਤੋਂ ਬਾਅਦ ਜਿਵੇਂ ਐਕਟ, ਅਤੇ ਬਾਕੀ ਸੈੱਟ ਦੇ ਉੱਤੇ ਮਾਹੌਲ ਹੀ ਬੜਾ ਵਧੀਆ ਹੁੰਦਾ ਸੀ, ਅਤੇ ਨਾਲ ਐਕਟਰਸ ਹੁੰਦੇ ਸੀ, ਮੁਕੁਲ ਦੇਵ ਜੀ ਸੀਗੇ, ਜਸਵੀਰ ਜੱਸੀ ਸੀ, ਅਤੇ ਉਹਨਾਂ ਨਾਲ ਵੀ ਇਸ ਬਾਰੇ ਜਦੋਂ ਗੱਲ ਚੱਲਦੀ ਸੀ। ਬਾਕੀ ਕਵੀਰਾਜ ਸਰ ਜਦੋਂ ਵੀ ਮਤਲਬ ਸੀਨ ਸਮਝਾਉਂਦੇ ਸੀ ਜਾਂ ਕੁਛ ਕਰਦੇ ਸੀ ਤਾਂ ਉਦੋਂ ਬਿਲਕੁਲ ਹੀ ਕਲੀਅਰ ਹੋ ਜਾਂਦਾ ਸੀ, ਅਗਰ ਤੁਸੀਂ ਮਤਲਬ ਜਿਵੇਂ ਜੋ ਪੜ੍ਹਿਆ ਤੁਸੀਂ ਫਿਰ ਉਹ ਸੀਨ ਬਾਰੇ ਸਾਰਾ ਦੱਸਦੇ ਸੀ। ਹੁਣ ਤੱਕ ਤਾਂ ਤੁਸੀਂ ਜੋ ਇੰਨੇ ਸਾਰੇ ਕਿਰਦਾਰ ਨਿਭਾਏ ਨੇ, ਤਾਂ ਕਿਤੇ ਨਾ ਕਿਤੇ ਤਾਂ ਕੁਝ ਨਾ ਕੁਝ ਲਾਈਕ ਚੁਣੌਤੀਆਂ ਦਾ ਤੁਹਾਨੂੰ ਸਾਹਮਣਾ ਵੀ ਕਰਨਾ ਪਿਆ ਹੋਵੇਗਾ? ਚੁਣੌਤੀਆਂ ਤਾਂ ਜਿਵੇਂ ਤੁਸੀਂ ਕਹਿ ਲਓ, ਜਦੋਂ ਭਾਗ ਮਿਲਖਾ ਭਾਗ ਕੀਤੀ ਸੀ ਤਾਂ ਉਦੋਂ ਜਿਵੇਂ ਐਥਲੈਟਿਕਸ ਤਾਂ ਚਲੋ ਮੈਂ ਸ਼ੁਰੂ ਤੋਂ ਹੀ ਜਿਵੇਂ ਪਾਰਟ ਲੈਂਦਾ ਸੀਗਾ, ਸਪੋਰਟਸ ਕਰਦਾ ਸੀ, ਪਰ ਜਦੋਂ ਭਾਗ ਮਿਲਖਾ ਭਾਗ ਕੀਤੀ ਉਦੋਂ ਐਥਲੈਟਿਕਸ ਦੀ ਟ੍ਰੇਨਿੰਗ ਵਾਸਤੇ ਗਿਆ ਸੀਗਾ, ਸਵਿਮਿੰਗ ਦੀ ਟ੍ਰੇਨਿੰਗ ਲਈ ਸੀ ਉਦੋਂ। ਅਤੇ ਮਤਲਬ ਐਕਟਿੰਗ ਤਾਂ ਉਹਨਾਂ ਨੇ ਕਿਹਾ ਸੀਗਾ ਕਿ ਮਤਲਬ ਕੋਈ ਸਕੂਲ 'ਚ ਨਹੀਂ ਕਰਾਉਣਾ, ਅਸੀਂ ਆਪੇ ਦੇਖਾਂਗੇ, ਬਟ ਜਿਵੇਂ ਤੁਸੀਂ ਕਹਿ ਲਓ ਫਿਜ਼ੀਕਲ ਟ੍ਰੇਨਿੰਗ ਕੀਤੀ। ਬਾਕੀ ਮਿੱਟੀ ਨਾਲ ਫਰੋਜ਼ ਹੋ ਗਿਆ, ਅਤੇ ਜਦੋਂ ਸ਼ੂਟ ਕੀਤਾ ਉਹ ਜਿਹੜਾ ਕੈਰੈਕਟਰ ਸੀਗਾ ਉਹ ਜਿਵੇਂ ਇੱਕ ਪਿੰਡ ਦੇ ਬੱਚੇ ਦਾ ਸੀਗਾ, ਅਤੇ ਮੈਂ ਸ਼ੁਰੂ ਤੋਂ ਹੀ ਜਿਵੇਂ ਸਿਟੀ 'ਚ ਵੱਡਾ ਹੋਇਆ, ਤਾਂ ਉਹਦੇ ਵਾਸਤੇ ਉਦੋਂ ਮੈਂ ਪਿੰਡ ਗਿਆ ਸੀ, ਉਹ ਮਤਲਬ ਰਿਹਾ ਉੱਦਾਂ ਮੈਂ ਆਪਣੇ ਨਾਨਕੇ ਦਾਦਕੇ ਵੀ ਜਾਂਦਾ ਹੁੰਦਾ ਸੀ, ਪਰ ਮੈਂ ਜ਼ਿਆਦਾ ਟਾਈਮ ਰਿਹਾ ਨਹੀਂ ਸੀ। ਤਾਂ ਉਹ ਜਿਹੜੇ ਡਾਇਰੈਕਟਰ ਸੀਗੇ ਮਿੱਟੀ ਨਾਲ ਫਰੋਜ਼ ਹੋ ਗਿਆ ਦੇ, ਫਿਰ ਉਹ ਸਮਝਾਉਂਦੇ ਸੀਗੇ ਕਿ ਇੱਦਾਂ ਜਿਵੇਂ ਸੀਨ ਦੇ ਹਿਸਾਬ ਨਾਲ ਕਿ ਇੱਦਾਂ ਰਿਐਕਟ ਕਰਨਾ ਚਾਹੀਦਾ, ਇੱਦਾਂ ਰਿਐਕਟ ਕਰਨਾ ਚਾਹੀਦਾ। ਹਾਂਜੀ, ਬਾਕੀ ਜਿਵੇਂ ਉਹੀ ਕਰਤਾਰ ਸਿੰਘ ਸਰਾਭਾ ਲਈ ਵੀ ਡਾਇਰੈਕਟਰ ਜਿਵੇਂ ਸ਼ੁਰੂ ਤੋਂ ਮੈਂ ਹੀ ਦੇਖਿਆ ਕਿ ਜਿਵੇਂ ਜੋ ਡਾਇਰੈਕਟਰ ਦੱਸਦੇ ਆ ਉਹਨੂੰ ਬਿਲਕੁਲ ਉਹਨਾਂ ਦੇ ਬਾਰੇ ਉਹਨਾਂ ਨੂੰ ਸੁਣ ਲੈਣਾ ਚਾਹੀਦਾ, ਉਹਨਾਂ ਦੇ ਹਿਸਾਬ ਨਾਲ ਹੀ ਤੁਹਾਨੂੰ ਐਕਟ ਕਰਨਾ ਚਾਹੀਦਾ, ਕਿਉਂਕਿ ਉਹਨਾਂ ਦੀ ਪਰਸੈਪਸ਼ਨ ਹੁੰਦੀ ਹੈ ਫਿਲਮ, ਅਤੇ ਉਹਨਾਂ ਦੇ ਹਿਸਾਬ ਨਾਲ ਤੁਸੀਂ ਕੰਮ ਕਰੋ ਤਾਂ ਮੇਰੇ ਹਿਸਾਬ ਨਾਲ ਓਬਵੀਅਸਲੀ ਕੰਮ ਵਧੀਆ ਨਿਕਲ ਕੇ ਆਉਂਦਾ। ਤੁਸੀਂ ਫਸਟ ਟਾਈਮ ਕੈਨੇਡਾ ਗਏ ਐਂਡ ਤੁਹਾਡਾ ਕਿਸ ਤਰ੍ਹਾਂ ਦਾ ਐਕਸਪੀਰੀਅੰਸ ਰਿਹਾ? ਤੁਹਾਨੂੰ ਸਾਰਾ ਤੁਹਾਡਾ ਕਿਵੇਂ ਪਿਕਚਰਾਈਜ਼ ਕੀਤਾ ਗਿਆ ਤੁਹਾਡੀ? ਹਾਂਜੀ, ਮੈਨੂੰ ਬੜਾ ਵਧੀਆ ਲੱਗਿਆ ਉੱਥੇ, ਜਿਵੇਂ ਉੱਧਰ ਲੋਕਾਂ ਨੂੰ ਮਿਲ ਕੇ ਜਿਹੜੇ ਸ਼ੁਰੂ ਤੋਂ ਉੱਥੇ ਰਹਿੰਦੇ ਆ ਉਹਨਾਂ ਦਾ ਮਤਲਬ ਉਹ ਵੀ ਬੜਾ ਵਧੀਆ ਮਤਲਬ ਤੁਹਾਨੂੰ ਗ੍ਰੀਟ ਕਰਦੇ ਆ ਜਾਂ ਤੁਹਾਨੂੰ ਮਿਲਦੇ ਆ। ਅਤੇ ਬਾਕੀ ਜਿਵੇਂ ਪਿਕਚਰਾਈਜ਼ ਜਿਵੇਂ ਤੁਸੀਂ ਕਹਿ ਰਹੇ ਹੋ, ਤਾਂ ਇਸ ਫਿਲਮ ਦਾ ਜਿਵੇਂ ਕਰਤਾਰ ਸਿੰਘ ਸਰਾਭਾ 16 ਸਾਲ ਦਾ ਸੀ ਜਦੋਂ ਉਹ ਅਮਰੀਕਾ ਪੜ੍ਹਨ ਗਿਆ ਸੀਗਾ, ਅਤੇ ਅਸੀਂ ਜਿਵੇਂ ਯੂਨੀਵਰਸਿਟੀਜ਼ ਦਾ ਸ਼ੋਅ ਕੀਤਾ। ਬਾਕੀ ਜੋ ਗਦਰ ਮੂਵਮੈਂਟ ਸ਼ੁਰੂ ਹੋਈ ਸੀ ਉਹ ਵੀ ਬਾਹਰੋਂ ਸ਼ੁਰੂ ਹੋਈ ਸੀ, ਉਹ ਮਤਲਬ ਇੱਦਾਂ ਸੀਗਾ ਕਿ ਇੱਕ ਗਦਰ ਮੂਵਮੈਂਟ ਮਤਲਬ ਵੱਡੇ ਜਿਵੇਂ ਕਹਿ ਲਓ ਲੋਕ ਸੀਗੇ, ਜਿਵੇਂ 30-40 ਸਾਲ ਦੇ ਲੋਕ ਸੀ ਜਿਨ੍ਹਾਂ ਨੇ ਗਦਰ ਮੂਵਮੈਂਟ ਸ਼ੁਰੂ ਕੀਤੀ ਸੀ। ਉਹਦੇ ਵਿੱਚ ਕਰਤਾਰ ਸਿੰਘ ਸਰਾਭਾ ਇੱਕ ਇਕੱਲਾ ਬੰਦਾ ਸੀ ਜਿਹੜਾ 17 ਸਾਲ ਦਾ ਸੀ ਉਦੋਂ ਜਦੋਂ ਉਹ ਅਮਰੀਕਾ ਗਏ ਸੀ, ਅਤੇ ਉਹ ਉੱਥੇ ਦੀ ਮੀਟਿੰਗਸ ਸ਼ੋਅ ਕੀਤੀਆਂ ਜਿਹੜੀਆਂ ਮਤਲਬ ਗਦਰ ਪਾਰਟੀ ਦੀਆਂ ਮੀਟਿੰਗਸ ਹੋਈਆਂ, ਰੈਵੋਲਿਊਸ਼ਨਸ ਹੋਈਆਂ। ਫਿਰ ਉਸ ਤੋਂ ਬਾਅਦ ਜਿਹੜੀ ਉਹ ਪਲੈਨਿੰਗ ਕਰਦੇ ਸੀ ਕਿ ਅਸੀਂ ਇੰਡੀਆ ਜਾਵਾਂਗੇ, ਉੱਥੇ ਜਾ ਕੇ ਹਥਿਆਰ ਇਕੱਠੇ ਕਰਾਂਗੇ, ਤਾਂ ਜਿਹੜੇ ਮਤਲਬ ਤੁਸੀਂ ਕਹਿ ਲਓ ਮੀਟਿੰਗਸ ਜਾਂ ਲੌਗ ਹਾਊਸ ਸ਼ੋਅ ਕੀਤੇ, ਤਾਂ ਬੜਾ ਹੀ ਵਧੀਆ ਐਕਸਪੀਰੀਅੰਸ ਰਿਹਾ। ਉਹ ਵੀ ਇੱਕ ਨਵਾਂ ਐਕਸਪੀਰੀਅੰਸ ਹੈ, ਥੋੜ੍ਹਾ ਡਿਫਰੈਂਟ ਹੁੰਦਾ ਇੱਥੇ ਦੀ ਸ਼ੂਟਿੰਗ ਨਾਲੋਂ, ਬਟ ਬੜਾ ਵਧੀਆ ਐਕਸਪੀਰੀਅੰਸ ਸੀ। ਤਾਂ ਮਤਲਬ ਤੁਹਾਨੂੰ ਖੂਬ ਮਜ਼ਾ ਆਇਆ, ਤੁਸੀਂ ਖੂਬ ਇੰਜੋਏ ਕੀਤਾ? ਬਿਲਕੁਲ, ਹਾਂਜੀ। ਬਾਕੀ ਨਾਲੇ ਜਿਹੜਾ ਜਿਵੇਂ ਕਰੂ ਹੁੰਦਾ ਸੀਗਾ, ਅਤੇ ਉਹਨਾਂ ਨੂੰ ਵੀ ਸਾਰਿਆਂ ਨੂੰ ਜਾਣਦੇ ਸੀ ਕਿਉਂਕਿ ਆਲਮੋਸਟ ਕਾਫੀ ਕਰੂ ਸੇਮ ਸੀ ਜਿਨ੍ਹਾਂ ਨੇ ਇੰਡੀਆ ਸ਼ੂਟ ਕੀਤੀ ਸੀ। ਅਤੇ ਜੇ ਤੁਸੀਂ ਨਵੇਂ ਸੈੱਟ 'ਤੇ ਜਾਓ ਤੁਹਾਨੂੰ ਥੋੜ੍ਹੇ ਦਿਨ ਲੱਗਦੇ ਆ ਹੈ ਨਾ, ਤੁਹਾਨੂੰ ਕਿਸੇ ਨਾਲ ਗੱਲ ਕਰਨ 'ਚ, ਤਾਂ ਇਹਦੇ ਵਿੱਚ ਸੀਗਾ ਕਿ ਤੁਹਾਨੂੰ ਮੋਸਟਲੀ ਸਾਰੇ ਜਾਣਦੇ ਹੀ ਸੀ ਪਿੱਛੋਂ। ਤਾਂ ਇੱਥੇ ਆ ਕੇ ਬੜਾ ਹੀ ਮਜ਼ਾ ਆਇਆ ਸ਼ੂਟ ਕਰਨ 'ਚ। ਮੇਰੇ ਨਾਲ ਜਿਵੇਂ ਕੋ ਸਟਾਰ ਸੀਗੇ, ਮੁਕੁਲ ਦੇਵ ਜੀ ਸੀਗੇ, ਜੱਸੀ ਜਸਵੀਰ ਜੀ ਸੀ, ਇੱਕ ਸੁਮੇਂਦ ਵਾਨਖੜੇ ਜੀ ਨੇ ਉਹ ਸੀ,
ਤੇ ਉਹਨਾਂ ਨਾਲ ਮਤਲਬ ਬੜਾ ਵਧੀਆ ਐਕਸਪੀਰੀਅੰਸ ਰਿਹਾ ਸ਼ੂਟ ਕਰਨ, ਅਸੀਂ ਬੜਾ ਮਜ਼ਾ ਕਰਦੇ ਹੁੰਦੇ ਸੀ। ਰੋਜ਼ ਸ਼ੂਟ ਤੋਂ ਬਾਅਦ ਅਸੀਂ ਇਕੱਠੇ ਹੁੰਦੇ ਸੀਗੇ, ਤੇ ਜਦੋਂ ਛੁੱਟੀ ਹੋਣੀ ਉਸ ਦਿਨ ਆਪਾਂ ਇਕੱਠੇ ਤਾਂ ਬੜਾ ਵਧੀਆ ਐਕਸਪੀਰੀਅੰਸ ਰਿਹਾ ਸ਼ੂਟ ਕਰਨ ਮਤਲਬ ਦਾ। ਤੁਹਾਨੂੰ ਕਾਫੀ ਸਪੋਰਟ ਵੀ ਮਿਲਦੀ ਰਹੀ ਉੱਥੇ, ਬਿਲਕੁਲ ਕਿਉਂਕਿ ਕਾਫੀ ਤੁਹਾਡੇ ਜਾਣ ਪਛਾਣ ਦੇ ਵੀ ਹੈਗੇ ਸੀ ਬਿਲਕੁਲ ਹਾਂ, ਤੇ ਬਾਕੀ ਉਹ ਇਸ ਜਿਵੇਂ ਕਹਿ ਲਓ ਇਸ ਫੀਲਡ ਦੇ ਵਿੱਚ ਕਾਫੀ ਸੀਨੀਅਰ ਵੀ ਨੇ ਮੇਰੇ ਤੋਂ, ਤੇ ਉਹ ਜਿਵੇਂ ਕਦੀ ਕਦੀ ਹੁੰਦਾ ਕਿ ਕੋਈ ਸੀਨ ਤੁਹਾਡਾ ਅੜ ਜਾਂਦਾ ਹੈ ਜਾਂ ਕੋਈ ਡਾਇਲੋਗ ਅੜ ਜਾਂਦਾ ਹੈ, ਤੇ ਉਹਨਾਂ ਨੇ ਬੜੀ ਹੈਲਪ ਕਰਨੀ, ਜਿਵੇਂ ਆਪਣੇ ਬੜੇ ਆਰਾਮ ਨਾਲ ਉਹਨਾਂ ਨੇ ਮੈਨੂੰ ਸਮਝਾਉਣਾ ਕਿ ਇੱਦਾਂ ਨਹੀਂ ਇੱਦਾਂ, ਉਹਨਾਂ ਨੇ ਮੈਨੂੰ ਜਿਵੇਂ ਕੁਛ ਹੈਲਪ ਕਰਨੀ, ਤਾਂ ਬੜਾ ਵਧੀਆ ਮਤਲਬ ਐਕਸਪੀਰੀਅੰਸ ਰਿਹਾ ਮੇਰਾ ਸਾਰਿਆਂ ਨਾਲ ਕੰਮ ਕਰਨ 'ਚ। ਤੇ ਤੁਹਾਨੂੰ ਇੱਥੇ ਤੱਕ ਪਹੁੰਚਾਉਣ ਦਾ ਕਿੰਨਾ ਦਾ ਅਹਿਮ ਯੋਗਦਾਨ ਰਿਹਾ? ਇੱਥੇ ਤਾਂ ਜੀ ਮੇਰੇ ਪੇਰੈਂਟਸ ਦਾ ਹੀ ਮੇਨ ਸੀਗਾ, ਕਿਉਂਕਿ ਜਿਵੇਂ ਅਸੀਂ ਕਦੀ ਕਦੀ ਸੁਣਦੇ ਹਾਂ ਕਿ ਕਈਆਂ ਦੇ ਪੇਰੈਂਟਸ ਇਸ ਫੀਲਡ ਵਿੱਚ ਅਲਾਉ ਨਹੀਂ ਕਰਦੇ, ਬਟ ਮੇਰੇ ਪੇਰੈਂਟਸ ਨੇ ਤਾਂ ਖੁਦ ਮੈਨੂੰ ਇਨਕਰੇਜ ਕੀਤਾ ਕਿ ਹਾਂਜੀ ਇਹ ਰੋਲ ਕਰੋ, ਮਤਲਬ ਇਸ ਫੀਲਡ ਦੇ ਵਿੱਚ ਆਓ, ਐਕਟਿੰਗ ਵੀ ਕਰੋ ਨਾਲ। ਮੇਰੇ ਸਿਰਫ ਐਕਟਿੰਗ ਲਈ ਨਹੀਂ, ਜਿਵੇਂ ਸਕੂਲ ਵਿੱਚ ਹੁੰਦਾ ਸੀ ਮੈਨੂੰ ਕਦੀ ਆ ਨਹੀਂ ਸੀਗਾ ਕਿ ਪੜ੍ਹੋ ਪੂਰੇ, ਮੈਨੂੰ ਸਪੋਰਟਸ ਵਾਸਤੇ ਵੀ ਮੈਂ ਜਿਵੇਂ ਟੂਰਨਾਮੈਂਟਸ ਵਾਸਤੇ ਜਾਂਦਾ ਸੀ, ਮੈਂ 10th ਬੋਰਡ ਦੀ ਕਲਾਸ 'ਚ ਵੀ ਟੂਰਨਾਮੈਂਟਸ ਜਾਂਦਾ ਰਿਹਾ, 12th 'ਚ ਵੀ ਜਾਂਦਾ ਰਿਹਾ, ਤਾਂ ਮੈਨੂੰ ਹਰ ਕੋਈ ਵੀ ਚੀਜ਼ ਕਰਦਾ ਸੀ ਤਾਂ ਮੇਰੇ ਪੇਰੈਂਟਸ ਦੀ ਫੁੱਲ ਸਪੋਰਟ, ਮੇਰੀ ਫੈਮਿਲੀ ਦੀ ਫੁੱਲ ਰਹਿੰਦਾ ਸੀਗਾ। ਅਤੇ ਬਾਕੀ ਜਿਵੇਂ ਮੇਰੇ ਸਕੂਲ ਦੇ ਟੀਚਰਸ ਹੁੰਦੇ ਸੀਗੇ, ਅਤੇ ਜਿਵੇਂ ਜਿੰਨੀ ਕੁ ਮੇਰੀ ਮਿਸ ਹੋਈ ਹੈ, ਥੋੜ੍ਹੀ ਬਹੁਤ ਹੀ ਵੈਸੇ ਹੋਈ ਹੈ, ਬਟ ਜਿੰਨਾ ਕੁ ਵੀ ਹੋਇਆ ਤਾਂ ਮਤਲਬ ਉਹ ਇੰਨਾ ਕੁਛ ਉਹਨਾਂ ਨੇ ਕਦੀ ਕੀਤਾ ਨਹੀਂ। ਉਹਨਾਂ ਨੂੰ ਸੀਗਾ ਕਿ ਚਲੋ ਠੀਕ ਹੈ, ਆਪਣੀ ਅਸਾਈਨਮੈਂਟਸ ਵਗੈਰਾ ਟਾਈਮ 'ਤੇ ਦੇ ਦਿਓ, ਬਾਕੀ ਸਾਨੂੰ ਕੋਈ ਬਾਕੀ ਉਹ ਵੀ ਇਨਕਰੇਜ ਕਰਦੇ ਸੀ ਕਿ ਹਾਂਜੀ ਹੋਰ ਕੀ ਕਰ ਰਹੇ ਹੋ, ਕਦੋਂ ਕਰ ਰਹੇ ਹੋ, ਤੁਸੀਂ ਵਧੀਆ ਕਰਦੇ ਹੋ ਅਤੇ ਇਸ ਫੀਲਡ ਦੇ ਵਿੱਚ ਹੀ ਕੰਮ ਕਰੋ। ਅੱਛਾ, ਤੇ ਜੋ ਤੁਹਾਡੇ ਟੀਚਰਸ ਸੀਗੇ, ਤੁਹਾਡੇ ਫਰੈਂਡਸ ਹੋ ਗਏ ਸਕੂਲ ਵਿੱਚ, ਉਹ ਤੁਹਾਨੂੰ ਕਿਸ ਤਰ੍ਹਾਂ ਟਰੀਟ ਕਰਦੇ ਸੀ? ਲਾਈਕ ਮਤਲਬ ਐਜ਼ ਅ ਸਟਾਰ ਕਿ ਤੁਸੀਂ ਮਤਲਬ ਇੰਨਾ, ਜਾਂ ਫਿਰ ਲਾਈਕ ਨੋਰਮਲ ਪਰਸਨ ਨੂੰ ਜਿਵੇਂ ਇੱਕ? ਮੇਰੇ ਫਰੈਂਡਸ ਤਾਂ ਜੀ ਸ਼ੁਰੂ ਤੋਂ ਸੇਮ ਹੀ ਰਹੇ ਨੇ, ਜੋ ਮੇਰੇ ਫਿਲਮ ਤੋਂ ਪਹਿਲਾਂ ਸੀ ਉਹੀ ਮੇਰੇ ਹਾਲੇ ਤੱਕ ਫਰੈਂਡਸ ਨੇ, ਸੇਮ ਫਰੈਂਡ ਸਰਕਲ ਹੈ, ਤਾਂ ਉਸ ਦਾ ਕੋਈ ਖਾਸ ਜਿਵੇਂ ਕਹਿ ਲਓ ਚੇਂਜ ਨਹੀਂ, ਉਹ ਸਾਰੇ ਸੇਮ ਹੀ ਨੇ। ਬਾਕੀ ਟੀਚਰਸ ਦਾ ਆ ਹੈ ਕਿ ਜਿਵੇਂ ਹੁਣ ਮੈਂ ਕਾਲਜ 'ਚ ਆ ਗਿਆ, ਅਤੇ ਹੁਣ ਜਿਵੇਂ ਛੁੱਟੀਆਂ ਲੈਣੀਆਂ ਪਈਆਂ ਮੈਨੂੰ ਹੁਣ ਥੋੜ੍ਹੀਆਂ ਜਿਹੀਆਂ, ਅਤੇ ਇੱਦਾਂ ਸੀਗਾ ਕਿ ਉਹਨਾਂ ਨੇ ਕੁਛ ਮਤਲਬ ਇੰਨਾ ਕਿਹਾ ਨਹੀਂ, ਜਿਵੇਂ ਮੇਰੇ 2-3 ਟੀਚਰ ਸੀਗੇ, ਉਹਨਾਂ ਨੇ ਬਸ ਆਹੀ ਕਿਹਾ ਸੀਗਾ ਕਿ ਆਪਣੇ ਪ੍ਰੋਜੈਕਟਸ ਵਗੈਰਾ ਜਾਂ ਉਹ ਟਾਈਮ 'ਤੇ ਸਬਮਿਟ ਕਰ ਲਈ, ਬਾਕੀ ਅਸੀਂ ਮੈਨੇਜ ਕਰ ਲਾਂਗੇ, ਅਤੇ ਐਗਜ਼ਾਮਸ ਦੇਣ ਆ ਜੀ। ਬਾਕੀ ਮਤਲਬ ਬੜਾ ਵਧੀਆ ਫੀਲ ਹੋਇਆ ਸੀ ਕਿ ਉਹਨਾਂ ਨੂੰ ਕੋਈ ਨਾ ਨਹੀਂ ਸੀ ਇਸ ਗੱਲ ਪਿੱਛੇ, ਜਾਂ ਕੋਈ ਉਹਨਾਂ ਨੂੰ ਓਬਜੈਕਸ਼ਨ ਨਹੀਂ ਸੀ। ਉਹਨਾਂ ਨੇ ਕਾਫੀ ਤੁਹਾਨੂੰ ਇਨਕਰੇਜ ਕਰ ਰਹੇ ਨੇ? ਇਨਕਰੇਜ ਹੀ ਕੀਤਾ, ਹਾਂ। ਉਹ ਕਹਿੰਦੇ ਸੀਗੇ ਕਿ ਪੜ੍ਹਾਈ ਆਪਣੀ ਬਸ ਐਗਜ਼ਾਮਸ ਅਤੇ ਅਸਾਈਨਮੈਂਟਸ ਟਾਈਮ 'ਤੇ ਦੇ, ਬਾਕੀ ਇਸ ਕੋਈ ਗੱਲ ਨਹੀਂ, ਅਸੀਂ ਮੈਨੇਜ ਦੇਖ ਲਾਂਗੇ। ਹਾਂਜੀ, ਅਤੇ ਜਪਤੇਜ ਜੀ ਤੁਸੀਂ ਤੁਹਾਡੀ ਫਿਊਚਰ ਪਲੈਨਿੰਗਸ ਕੀ ਨੇ? ਜਿਵੇਂ ਕਿ ਤੁਸੀਂ ਆਪਣੇ ਕਰੀਅਰ ਵੱਲ ਜਿਵੇਂ ਐਕਟਿੰਗ ਲਾਈਨ ਤੋਂ ਹੀ ਅੱਗੇ ਕਾਫੀ ਇਹਦੇ ਵਿੱਚ ਇਨਵੋਲਵ ਹੋਣਾ ਚਾਹੁੰਦੇ ਹੋ, ਜਾਂ ਫਿਰ ਆਪਦੀ ਸਟੱਡੀਜ਼ ਕੰਟੀਨਿਊ ਕਰਨਾ ਚਾਹੁੰਦੇ ਹੋ, ਜਾਂ ਫਿਰ ਦੋਵੇਂ ਇਕੱਠਾ? ਜਿਵੇਂ ਹੁਣ ਫਿਊਚਰ ਪਲਾਨਸ ਤਾਂ ਜਿਵੇਂ ਹੁਣ ਮੈਂ ਕਾਲਜ ਫਸਟ ਈਅਰ ਪੜ੍ਹ ਰਿਹਾ, BA ਫਸਟ ਈਅਰ SD ਕਾਲਜ ਚੰਡੀਗੜ੍ਹ ਤੋਂ ਮੈਂ ਪੜ੍ਹ ਰਿਹਾ, ਅਤੇ ਫਿਊਚਰ ਪਲਾਨਸ ਤਾਂ ਜੋ ਉਹੀ ਮੇਨ ਏਮ ਤਾਂ ਇਹ ਹੈ ਕਿ ਮਤਲਬ ਵਧੀਆ ਐਕਟਰ, ਐਸਟੈਬਲਿਸ਼ ਐਕਟਰ ਬਣਾ ਆਪਣੀ ਇੰਡਸਟਰੀ ਦੇ ਵਿੱਚ। ਬਾਕੀ ਉਹ ਇਹ ਹੈ ਕਿ ਹੁਣ ਕੋਸ਼ਿਸ਼ ਤਾਂ ਹੈ ਕਿ ਪਹਿਲਾਂ ਸਟੱਡੀ ਵੀ ਨਾਲ ਦੀ ਨਾਲ ਕੰਪਲੀਟ ਕਰਾਂ, ਇਨ ਕੇਸ ਅਗਰ ਫੁੱਲ ਟਾਈਮ ਮੂਵੀਜ਼ 'ਚ ਵੀ ਜਾਵਾਂ, ਬਟ ਮੈਂ ਇੱਕ ਵਾਰੀ ਆਪਣੀ ਪੜ੍ਹਾਈ ਵੀ ਕੰਪਲੀਟ ਕਰਨਾ ਚਾਹੂੰਗਾ। ਮੈਂ BA ਸਾਈਕੋਲੋਜੀ ਪੜ੍ਹ ਰਿਹਾ ਹਾਲੇ, ਅਤੇ ਮੇਨ ਤਾਂ ਹਾਲੇ ਆਈ ਹੈ ਕਿ ਪੜ੍ਹਾਈ ਵੀ ਨਾਲ ਦੀ ਨਾਲ ਕੰਪਲੀਟ ਕਰਾਂ, ਚਾਹੇ ਐਕਟਿੰਗ ਫੁੱਲ ਟਾਈਮ ਹੋ ਜਾਏ, ਅਤੇ ਮੇਨ ਏਮ ਆਈ ਹੈ ਕਿ ਇੱਕ ਐਕਟਰ ਬਣਨਾ ਚਾਹੂੰਗਾ। ਜਪਤੇਜ ਜੀ, ਜੇ ਤੁਹਾਡੇ ਹੁਣ ਤੱਕ ਦੇ ਸਫ਼ਰ ਨੂੰ ਦੇਖਿਆ ਜਾਵੇ ਤਾਂ ਦੇਖਣ ਨੂੰ ਮਿਲਦਾ ਹੈ ਕਿ ਤੁਸੀਂ ਕਾਫੀ ਰੀਅਲਸਟਿਕ ਫਿਲਮਾਂ ਕੀਤੀਆਂ ਹੈਗੀਆਂ, ਤਾਂ ਤੁਸੀਂ ਅੱਗੇ ਮਤਲਬ ਇਹ ਨਹੀਂ ਕਿ ਤੁਸੀਂ ਕੀ ਚਾਹੁੰਦੇ ਹੋ ਕਿ ਲਾਈਕ ਹੋਰ ਵੀ ਪੈਟਰਨ ਇੰਡਸਟਰੀ ਵਿੱਚ ਟਰਾਈ ਕਰਨਾ ਚਾਹੀਦਾ ਹੈਗਾ, ਹੋਰ ਮੂਵੀਜ਼ ਹੋਰ ਤਰ੍ਹਾਂ ਦੀਆਂ, ਜਾਂ ਫਿਰ ਤੁਹਾਨੂੰ ਲਾਈਕ ਇਹੀ ਕਿਰਦਾਰਾਂ ਵੱਲ ਤੁਸੀਂ ਜ਼ਿਆਦਾ ਹੁੰਦੇ ਹੋ ਇੰਸਪਾਇਰ? ਜਿਵੇਂ ਤੁਸੀਂ ਕਹਿ ਰਹੇ ਹੋ ਕਿ ਹਾਲੇ ਤੱਕ ਮੈਂ ਪਿਛਲੀਆਂ ਫਿਲਮਾਂ ਕੀਤੀਆਂ, ਇਹ ਵੀ ਜਿਵੇਂ ਮੈਂ ਵੀ ਕਦੇ ਕਦੇ ਸੋਚਦਾ ਹੁੰਦਾ ਕਿ ਤਾਂ ਕੋਇੰਸੀਡੈਂਸ ਹੀ ਆ, ਸਾਰੀਆਂ ਪੀਰੀਓਡਿਕ ਫਿਲਮਸ ਆ, ਸਾਰੀਆਂ ਪੁਰਾਣੀਆਂ ਫਿਲਮਸ ਆ, ਬਟ ਮੈਂ ਇਹ ਕਹਿਣਾ ਚਾਹੂੰਗਾ ਕਿ ਮੈਨੂੰ ਜਿਵੇਂ ਕਹਿ ਲਓ ਚਾਂਸਿਸ ਹਲੇ ਇਸ ਮੂਵੀਜ਼ ਤੱਕ ਮਤਲਬ ਮਿਲੇ ਆ, ਤਾਂ ਉਹੀ ਜਿਵੇਂ ਸੀਰੀਅਸ ਰੋਲਸ ਤੱਕ ਕਰਨ ਦਾ ਮੌਕਾ ਹਲੇ ਤੱਕ ਮਿਲਿਆ, ਅਤੇ ਬਾਕੀ ਮੈਂ ਅਫਕੋਰਸ ਚਾਹੂੰਗਾ ਕਿ ਮੈਂ ਕਾਮੇਡੀ ਵੱਲ ਵੀ ਟਰਾਈ ਕਰਾਂ, ਅਤੇ ਜਿਵੇਂ ਥ੍ਰਿਲਰ ਤੁਸੀਂ ਥ੍ਰਿਲਰ ਜਿਹੜਾ ਜੋਨਰ ਆ ਉਹ ਵੱਲ ਵੀ ਟਰਾਈ ਕਰਾਂ। ਓਬਵੀਅਸਲੀ ਹਰ ਇੱਕ ਰੋਲ ਕਰਨ ਦਾ ਜਿਹਨੂੰ ਜਾਂ ਕਹਿ ਲਓ ਕਿ ਹੈਗਾ ਕਿ ਹਾਂਜੀ ਹਰ ਇੱਕ ਰੋਲ ਪਲੇਅ ਕਰਾਂ, ਅਤੇ ਬਾਕੀ ਫਿਊਚਰ ਦੇ ਵਿੱਚ ਉਹੀ ਮੈਂ ਹਰ ਇੱਕ ਤਰ੍ਹਾਂ ਦੇ ਰੋਲ ਕਰਨਾ ਚਾਹੂੰਗਾ, ਕਾਮੇਡੀ, ਥ੍ਰਿਲਰ, ਸਭ ਐਕਸ਼ਨ, ਸਭ ਕੁਛ ਕਰਨਾ ਪਸੰਦ ਕਰੂੰਗਾ। ਤੁਹਾਡਾ ਬਹੁਤ ਬਹੁਤ ਧੰਨਵਾਦ ਜਪਤੇਜ ਸਿੰਘ ਜੀ ਕਿ ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਸਾਡੇ ਦਰਸ਼ਕਾਂ ਨੂੰ ਇੰਨਾ ਕੁਝ ਆਪਦੇ ਬਾਰੇ ਜਾਣਕਾਰੀ ਦਿੱਤੀ, ਅਤੇ ਤੁਸੀਂ ਆਖਿਰ ਵਿੱਚ ਮੈਂ ਤੁਹਾਨੂੰ ਇੰਨਾ ਹੀ ਪੁੱਛਣਾ ਚਾਹੂੰਗੀ ਕਿ ਤੁਸੀਂ ਸਾਡੇ ਦਰਸ਼ਕਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ? ਮੈਂ ਆਪਣੇ ਦਰਸ਼ਕਾਂ ਨੂੰ ਥੈਂਕਸ ਕਰਨਾ ਚਾਹੂੰਗਾ, ਅਤੇ ਮੈਂ ਸਾਰਿਆਂ ਨੂੰ ਆਹੀ ਕਹਿਣਾ ਚਾਹੂੰਗਾ ਕਿ ਮੇਰੀ ਫਿਲਮ ਆ ਰਹੀ ਹੈ, ਸਾਡੀ ਫਿਲਮ ਆ ਰਹੀ ਕਰਤਾਰ ਸਿੰਘ ਸਰਾਭਾ, ਅਤੇ ਮਤਲਬ ਅਸੀਂ ਸ਼ੂਟਿੰਗ ਕੀਤੀ, ਸਭ ਬੜੀ ਵਧੀਆ ਸ਼ੂਟ ਹੋਈ ਹੈ ਫਿਲਮ। ਬਾਕੀ ਤੁਹਾਨੂੰ ਜ਼ਰੂਰ ਪਸੰਦ ਆਏਗੀ, ਤੁਸੀਂ ਹਿਸਟਰੀ ਬਾਰੇ ਜਾਣੋਗੇ, ਜਿਹੜੇ ਆਪਣੀ ਹਿਸਟਰੀ ਦੇ ਮੇਨ ਮਤਲਬ ਜਿਹਨੂੰ ਕਹਿ ਲਓ ਕਰੈਕਟਰਸ ਰਹੇ ਨੇ, ਜਿਨ੍ਹਾਂ ਕਰਕੇ ਅੱਜ ਅਸੀਂ
ਬੈਠੇ ਆ ਉਹਨਾਂ ਬਾਰੇ ਤੁਹਾਨੂੰ ਹੋਰ ਜਾਣਨ ਦਾ ਮੌਕਾ ਮਿਲੂਗਾ। ਤੇ ਬਾਈ ਕਹੂੰਗਾ ਕਿ ਚਲੋ ਜਿੱਦਾਂ ਜਦੋਂ ਟ੍ਰੇਲਰ ਵਗੈਰਾ ਜਾਂ ਫਿਲਮ ਡੇਟ ਅਨਾਊਂਸ ਹੁੰਦੀ ਹੈ ਤਾਂ ਤੁਸੀਂ ਜ਼ਰੂਰ ਦੇਖੋ, ਤੁਸੀਂ ਸਾਡੇ ਨਾਲ ਸ਼ੇਅਰ ਕਰੋ। ਤੇ ਥੈਂਕ ਯੂ ਸਾਰਿਆਂ ਦਾ। ਸੋ ਪਿਆਰੇ ਦਰਸ਼ਕੋ, ਇਸ ਪ੍ਰੋਗਰਾਮ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਅਤੇ ਉਮੀਦ ਕਰਦੀ ਹਾਂ ਕਿ ਤੁਹਾਨੂੰ ਇਹ ਪ੍ਰੋਗਰਾਮ ਬਹੁਤ ਹੀ ਪਸੰਦ ਆਇਆ ਹੋਵੇਗਾ। ਇਸੇ ਤਰ੍ਹਾਂ ਹੋਰ ਮਨੋਰੰਜਕ ਪ੍ਰੋਗਰਾਮਾਂ ਨਾਲ ਤੁਹਾਨੂੰ ਅਸੀਂ ਰੂਬਰੂ ਕਰਵਾਉਂਦੇ ਰਵਾਂਗੇ। ਸਤਿ ਸ਼੍ਰੀ ਅਕਾਲ।